सेंटर च होणगे नहीं तुसी आओगे भाजी ना उन्होंने दस दियो भी इधर है सारे दोस्त जिस मकसद ਨੂੰ ਹੈ ਉਸ ਨੂੰ ਆਪਾਂ ਉਹਨੂੰ ਹਿਲਾਉਣਾ ਮਜ਼ਾਕ ਨਾ ਕਰੋ ਯਾਰ ਇਦਾਂ ਤੁਸੀਂ ਲੁਧਿਆਣੇ ਦੇ ਹੋ ਲੁਧਿਆਣੇ ਦੇ ਬਿਹਤਰੀ ਵਾਸਤੇ ਕਰੀਏਗਾ ਉਹ ਮੇਰੇ ਨਾਲ ਕਰ ਲਿਓ ਬਾਅਦ ਚੋਂ ਗੁਰਕੀਰਤ ਜੀ ਨੇ 2 सेकंड 2 सेकंड मैं ले आवा बुला के किसी बंदे ने भेजो जी रमन जी गुरकीरत जी ने सब थोड़ी इजाजत नाल ते थोड़ी मर्जी नाल आशू जी गुरकीरत जी संजय साहब मेयर साहब सर आपकी इजाज़त से आज तो कोई तकरीबन 10 दिन कबल मैं टैक्स डिपार्टमेंट का कलमदान संभालिया सी और टैक्स डिपार्टमेंट और जेडे टैक्स पेयर्स है पंजाब दे मैं अगले 10 दिनों के विच जिथे चाहे वो अमृतसर है लुधियाना जलंधर मोहाली बठिंडा मैं तकरीबन सारे सेंटर्स दे विच जाके जो टैक्स पेयर्स दे मसले मसाइल है जो उन्हां दियां मुश्किलां है कोई उन्हां दे खदशे है वो 3-4 किस्म दे है। एक तो खदशे है जिहड़ा कि अज तो 4-4.5 साल पहला जिहड़ा वैट का निज़ाम सी वैट का निज़ाम खत्म हो गया फिर GST का निज़ाम शुरू हो गया पर तकरीबन 50,000 बंदे दी वैट असैसमेंट जिहड़ियां वो अजे भी पंजाब सरकार की टैक्स प्रणाली दे विच फसियां हुई हैं। तो एक तो वो मसला जिहड़ा है बड़ा वड्डा उभर के आ रहा है कि टैक्स पेयर नूं अजे भी टैक्स महकमे के दफ्तरां च पेश होना पैंदा है और मैनूं ये भी खबर मिली है कि उत्थे उन्हां दी हरैसमेंट हुंदी है। दूसरा है कि GST के जिहड़े मसले मसाइल है और खास करके लुधियाने की इंडस्ट्री उहदे च जिन्हों इन्वर्टेड टैक्स स्ट्रक्चर कहते हैं कुछ टैक्स के रेट जिहड़े है उन्हां च अनोमलीज आ गई जिहदे नाल जिहड़ा उन्हां दा कंपटीशन है उन्होंने अनफेयर एडवांटेज मिल जाती है। टैक्स की इंटरप्रटेशन की है कोई उन्होंने समझ नहीं आ रही कि ये टैक्स की कह रहा है वो टैक्स की इंटरप्रटेशन किवें होवे। GST ਦਾ ਜਿਹੜਾ ਨਿਜ਼ਾਮ ਹੈ टैक्स रेट ਦੇ ਵਿੱਚ रैशनलाइजेशन लेके आइए और तीसरा है कि टैक्स डिपार्टमेंट ਦੇ ਵਿੱਚ ਜਿਹੜਾ भी टैक्स पेयर है ਉਹਨੂੰ ਕਿਸੇ ETO ਦੇ ਸਾਹਮਣੇ ਕਿਸੇ ਇੰਸਪੈਕਟਰ ਦੇ ਸਾਹਮਣੇ ਪੇਸ਼ ਨਾ ਹੋਣਾ ਪਵੇ ਫੇਸਲੈਸ ਹੋ ਜੇ। ਜਿੰਨੀ ਟੈਕਸੇਸ਼ਨ ਦੇ ਵਿੱਚ टैक्स डिपार्टमेंट ਦਾ ਬਿਲਕੁਲ ਰੋਲ ਜਿਹੜਾ ਹੈ वो फेसलैस हो जाए। मतलब कि जिहड़ा लुधियाने का वार्ड है लुधियाने का वार्ड जिहड़ा है जिहड़ा असैसी है उन्होंने ये नहीं पता मेरा टैक्स कौन असैस कर रहा है वो मलोट जाके हो रहा है अबोर जाके जा रहा है अबोर वाले का संगरूर हो रहा है ताकि किसी बंदे नूं टैक्स दफ्तर ना जाना पवे। मोबाइल विंग जिहड़े है स्टेट दे उन्हां दी जिहड़ी हरैसमेंट है वो खत्म होवे
ਔਰ ਜਿਹੜਾ ਟੈਕਸ ਕਲੈਕਸ਼ਨ ਹੈ ਉਹ ਡੇਟਾ ਐਨਾਲਿਟਿਕਸ ਨਾਲ, ਉਹ ਡੇਟਾ ਇੰਟੈਲੀਜੈਂਸ ਦੇ ਨਾਲ ਇਕੱਠਾ ਹੋਵੇ। ਸੋ ਇਹ ਸਾਰੀਆਂ ਮੁਸ਼ਕਿਲਾਂ, ਇਸ ਤੋਂ ਇਲਾਵਾ ਟੈਕਸ ਤੋਂ ਇਲਾਵਾ ਜਿਹੜੀ ਇੰਡਸਟਰੀ ਦੀ ਹੋਰ ਮੁਸ਼ਕਿਲ ਹੈ, ਚਾਹੇ ਉਹ ਬਿਜਲੀ ਬੋਰਡ ਦੇ ਇਤਬਾਰ ਨਾਲ ਹੈ, ਉਹ ਕੋਈ ਇਨਹਾਂਸਮੈਂਟ ਦੇ ਇਹਨਾਂ ਦੇ ਕੇਸ ਹੈ ਉਹਨਾਂ ਦੇ ਇਤਬਾਰ ਨਾਲ ਹੈ, ਜਾਂ ਕੋਈ ਇੱਥੋਂ ਦਾ ਲੁਧਿਆਣੇ ਦੇ ਫੋਕਲ ਪੁਆਇੰਟ ਹੈ ਉਹਨਾਂ ਦੇ ਇਨਫਰਾਸਟ੍ਰਕਚਰ ਦੀ ਗੱਲ ਹੈ, ਕੁਛ ਲੋਕਲ ਗਵਰਨਮੈਂਟ ਦੇ ਤੇ ਜਿਹੜੇ ਸਾਡਾ ਅਰਬਨ ਅਫੇਅਰ ਉਹਨਾਂ ਦੇ ਬਾਈਲਾਜ਼ ਦੀ ਗੱਲ ਹੈ। ਉਹ ਸਾਰੀਆਂ ਮੈਂ ਪਿਛਲੇ 2-2.5 ਘੰਟਿਆਂ 'ਚ, ਔਰ ਮੇਰੇ ਨਾਲ ਇੰਡਸਟਰੀਜ਼ ਮਿਨਿਸਟਰ ਗੁਰਕੀਰਤ ਸਿੰਘ ਕੋਟਲੀ ਸਾਹਿਬ, ਉਹ ਵੀ ਅਸੀਂ ਇਕੱਠੇ ਸੀ, ਸਾਰੇ MLA ਵਗੈਰਾ ਸੀ, ਆਸ਼ੂ ਜੀ, ਇਹ ਸਾਰੀਆਂ ਮੈਂ ਚੀਜ਼ਾਂ ਸਮਝ ਲਈਆਂ। ਔਰ ਅਗਲੀ ਕੈਬਨਿਟ ਮੀਟਿੰਗ ਦੇ ਵਿੱਚ ਇਹ ਸਾਰੇ ਮਸਲੇ ਜਿਹੜੇ ਹੈ, ਜਿਹਨੂੰ ਪੰਜਾਬੀ 'ਚ ਕਹਿੰਦੇ ਹੈ ਕੱਪੜ ਛਾਨ, ਥ੍ਰੈਡਬੇਅਰ, ਦਿਸ ਵਿਲ ਬੀ ਡਿਸਕਸ ਥ੍ਰੈਡਬੇਅਰ। ਔਰ ਦੀਵਾਲੀ ਤੋਂ ਪਹਿਲਾਂ ਇਹ ਸਾਰੇ ਮਸਲਿਆਂ ਦਾ ਕੋਈ ਨਾ ਕੋਈ ਮੁਸਤਕਿਲ ਹੱਲ, ਪਰਮਾਨੈਂਟ ਹੱਲ ਜਿਹੜਾ ਹੈ, ਇਹ ਸਰਦਾਰ ਚਰਨਜੀਤ ਸਿੰਘ ਚੰਨੀ ਸਾਹਿਬ ਦੀ ਸਰਕਾਰ 'ਚ ਅਸੀਂ ਕਰਨ ਜਾ ਰਹੇ ਹਾਂ। ਮੇਰਾ ਅੱਜ ਲੁਧਿਆਣੇ ਆਉਣ ਦਾ ਇਹੀ ਮਕਸਦ ਸੀ ਕਿ ਇਹ ਸਾਰੇ ਜਿਹੜੇ ਮਾਮਲਾਤ ਹੈ, ਜਿਹੜੇ ਪੰਜਾਬ ਦੀ ਇੰਡਸਟਰੀ ਤੇਜ਼ੀ ਨਾਲ ਵੱਧ ਸਕੇ, ਕਾਰੋਬਾਰ ਦਾ ਪਹੀਆ ਤੇਜ਼ੀ ਨਾਲ ਚੱਲ ਸਕੇ, ਕਾਰਖਾਨੇ ਦੀਆਂ ਉਦਾਸ ਚਿਮਨੀਆਂ 'ਚ ਇੱਕ ਵਾਰੀ ਧੂੰਆਂ ਫੇਰ ਨਿਕਲ ਸਕੇ, ਔਰ ਜਿਹੜੀਆਂ ਬਹਾਰਾਂ ਪੰਜਾਬ ਤੋਂ ਰੁੱਸ ਕੇ ਚਲੀਆਂ ਗਈਆਂ ਸੀ, ਉਹ ਬਹਾਰਾਂ ਪੰਜਾਬ ਦੇ ਵਿੱਚ ਇੱਕ ਵਾਰੀ ਫੇਰ ਲੌਟ ਕੇ ਆਉਣ। ਅੱਜ ਮੈਂ ਉਸ ਮਕਸਦ ਨਾਲ ਅੱਜ ਮੈਂ ਲੁਧਿਆਣਾ ਸ਼ਹਿਰ ਆਇਆ ਸੀ। ਸ਼ੁਰੂਆਤ ਲੁਧਿਆਣੇ ਤੋਂ ਹੈ, ਔਰ ਅਗਲੇ ਹਫਤੇ ਦੇ ਵਿੱਚ ਸਾਰੇ ਪੰਜਾਬ ਦੇ ਮੇਜਰ ਇੰਡਸਟਰੀਅਲ ਤੇ ਟ੍ਰੇਡਿੰਗ ਸੈਂਟਰਸ ਦੇ ਵਿੱਚ ਜਾ ਕੇ, ਔਰ ਦੀਵਾਲੀ ਤੋਂ ਪਹਿਲਾਂ ਚਾਹੇ ਉਹ OTS ਦੀ ਸ਼ਕਲ ਦੇ ਵਿੱਚ, ਜਾਂ ਕਿਸੇ ਕੰਸੈਸ਼ਨ ਦੀ ਸ਼ਕਲ ਦੇ ਵਿੱਚ, ਜਾਂ ਇੰਟਰਪ੍ਰੀਟੇਸ਼ਨ ਦੀ ਸ਼ਕਲ ਦੇ ਵਿੱਚ, ਤਾਂ ਕਿ ਇੰਡਸਟਰੀਜ਼ ਜਿਹੜਾ ਪੰਜਾਬ ਦੀ ਇੰਡਸਟਰੀ ਹੈ, ਸਨਅਤਕਾਰ ਹੈ, ਕਾਰੋਬਾਰੀ ਵਪਾਰੀ ਹੈ, ਔਰ ਮੈਂ ਸਮਝਦਾ ਕਿ ਜੇ ਵਪਾਰ ਹੈ ਤਾਂ ਸਰਕਾਰ ਹੈ, ਜੇ ਪੰਜਾਬ ਦਾ ਦਿਲ ਧੜਕਦਾ ਹੈ, ਚਾਹੇ ਉਹ ਇੰਪਲੋਇਮੈਂਟ ਦੇ ਇਤਬਾਰ ਨਾਲ ਕਹਿ ਦਈਏ ਜਾਂ ਉਹ ਟੈਕਸ ਰੈਵਨਿਊਜ਼, ਤਾਂ ਉਹਦੀ ਮੇਜਰ ਕੰਟਰੀਬਿਊਸ਼ਨ ਜਿਹੜੀ ਇੰਡਸਟਰੀ ਦੀ ਹੈ, ਔਰ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਈਜ਼ ਆਫ ਡੂਇੰਗ ਬਿਜ਼ਨਸ, ਇਹ ਜਿੰਨੀ ਅਸੀਂ ਈਜ਼ ਆਫ ਡੂਇੰਗ ਬਿਜ਼ਨਸ ਬਿਹਤਰ ਤੋਂ ਬਿਹਤਰ ਬਣਾ ਸਕਾਂਗੇ, ਇਸ ਮਕਸਦ ਨਾਲ ਤੇ ਇਸ ਉਦੇਸ਼ ਨਾਲ ਅੱਜ ਤੁਹਾਡੇ ਸ਼ਹਿਰ ਆਏ ਸੀ। ਲੁਧਿਆਣੇ ਦੀ ਜਿੰਨੀ ਵੀ ਪ੍ਰੈਸ ਕੋਰ ਤੁਸੀਂ ਹਾਜ਼ਰ ਹੋ, ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਜ਼ਹਿਮਤ ਕੀਤੀ, ਤੁਸੀਂ ਖੇਚਲ ਕੀਤੀ ਅੱਜ ਇਸ ਪ੍ਰੈਸ ਬਰੀਫਿੰਗ 'ਚ ਆਉਣ ਦੀ। ਜੇ ਕੋਈ ਟੈਕਸ ਡਿਪਾਰਟਮੈਂਟ ਜਾਂ ਇੰਡਸਟਰੀਜ਼ ਡਿਪਾਰਟਮੈਂਟ ਦੇ ਇਤਬਾਰ ਨਾਲ ਕੋਈ ਤੁਹਾਡਾ ਸਵਾਲ ਹੈ ਤਾਂ ਆਈ ਵਿਲ ਬੀ ਵੈਰੀ ਹੈਪੀ ਟੂ ਆਨਸਰ। ਤੁਸੀਂ ਕਿਹਾ ਵੀ ਪੰਜਾਬ ਨੂੰ ਅੱਜ ਬਹੁਤ ਵੱਡੀ ਤੁਸੀਂ ਕਰਜ਼ ਮੁਕਤ ਕਰ ਦਿੱਤਾ, ਔਰ ਪੰਜਾਬ ਦੇ ਹਰ ਜਿਹੜਾ ਨਾਗਰਿਕ ਹੈ ਉਹਨੂੰ ਅੱਜ ਬਹੁਤ ਜਿੰਨਾ ਕਿ ਫਿਕਰ ਸੀਗਾ ਬੇਫਿਕਰ ਕਰਤਾ ਵੀ ਪੰਜਾਬ ਅੱਜ ਕਰਜ਼ ਮੁਕਤ ਹੋ ਗਿਆ, ਤਾਂ ਕਿ 40,000 ਕਰੋੜ ਰੁਪਏ ਦਾ ਕਰਜ਼ਾ ਤੁਸੀਂ ਕਿਹਾ ਬਹੁਤ ਵੱਡੀ ਤੁਸੀਂ ਖਬਰ ਦਿੱਤੀ ਹੈ, ਔਰ ਸਾਰੇ ਖੁਸ਼ ਵੀ ਹੋਣਗੇ ਪੂਰੇ ਪੰਜਾਬੀ। ਕੀ ਇਹ 40,000 ਕਰੋੜ ਰੁਪਇਆ ਇਹ ਹੁਣੇ ਤੁਸੀਂ ਕਿਸ ਤਰੀਕੇ ਨਾਲ ਕੀਤਾ, ਇਹਦਾ ਕ੍ਰੈਡਿਟ ਜਿਹੜਾ ਹੈ ਤੁਹਾਡੀ ਕੈਪਟਨ ਸਰਕਾਰ ਨੂੰ ਜਾਂਦਾ, ਔਰ ਕਿੰਨੇ ਸਾਲਾਂ ਜਾਂਦਾ? ਕਿਉਂਕਿ ਵਿਰੋਧੀ 10 ਸਾਲ ਪਿੱਛੇ ਰਹੇ ਵੀ, ਉਹ ਹਮੇਸ਼ਾ ਤੁਸੀਂ ਕਿਹਾ ਵੀ ਵਿਰੋਧੀਆਂ ਨੇ ਸਾਨੂੰ ਕਰਜ਼ ਦੇ ਦਿੱਤਾ। ਸਰ ਇਸ ਤਰ੍ਹਾਂ ਹੈ, 40,000 ਕਰੋੜ ਚ ਆਇਆ, ਔਰ ਤੁਸੀਂ 4.5 ਸਾਲਾਂ ਚ ਕਿਸ ਤਰੀਕੇ ਨਾਲ 40,000 ਕਰੋੜ ਨੂੰ ਮੈਨੇਜ ਕਰਕੇ ਹੁਣ ਤੁਸੀਂ ਕਹਿੰਦੇ ਇੰਨਾ ਪੈ, ਇਹਦਾ ਕ੍ਰੈਡਿਟ ਕਿਹਨੂੰ ਨਾਲ ਦੇਣਾ? ਸਰ ਇਸ ਤਰ੍ਹਾਂ ਹੈਗਾ ਕਿ ਜਿਹੜਾ ਬੰਦਾ ਲੁਧਿਆਣੇ ਬੱਸ ਅੱਡੇ ਤੇ ਕੇਲਿਆਂ ਦੀ ਰੇਹੜੀ ਵੀ ਲਾਉਂਦਾ, ਉਹਨੂੰ ਵੀ ਆਪਣਾ ਘਰ ਚਲਾਉਣਾ ਆਉਂਦਾ ਹੈ, ਕਿਉਂਕਿ ਉਹਨੇ ਰਾਤ ਨੂੰ ਆਪਣੇ ਬੱਚਿਆਂ ਵਾਸਤੇ ਰੋਟੀ ਲੈ ਕੇ ਜਾਣੀ ਹੁੰਦੀ ਹੈ। ਔਰ ਜੇ ਤੁਹਾਡੇ ਸਿਰ ਕਰਜ਼ਾ ਹੋਵੇ ਤਾਂ ਦੋ ਹੀ ਗੱਲਾਂ ਹੋ ਸਕਦੀਆਂ ਕਿ ਤੁਸੀਂ ਆਪਣੀ ਜਾਂ ਤਾਂ ਆਮਦਨ ਵਧਾ ਲਓ ਤੇ ਜਾਂ ਖਰਚੇ ਘਟਾ ਲਓ, ਹੋਰ ਇਹਦੇ 'ਚ ਕੋਈ ਮੰਤਰ ਤਾਂ ਹੈ ਨਹੀਂ। ਅਸੀਂ ਪਿਛਲੇ ਪੌਣੇ 5 ਸਾਲਾਂ 'ਚ ਪੰਜਾਬ ਸਰਕਾਰ ਨੇ ਅਸੀਂ ਆਪਣੇ ਆਮਦਨ ਵਧਾਈ ਹੈ, ਔਰ ਅਸੀਂ ਖਰਚੇ ਘੱਟ ਕੀਤੇ। ਔਰ ਜਿਹੜੀਆਂ ਮੈਂ ਗੱਲਾਂ ਕਹਿ ਰਿਹਾ, ਇਹ ਮੈਂ ਕਿਸੇ ਸਿਆਸੀ ਸ਼ੋਖਾਬਾਜ਼ੀ ਨਾਲ ਨਹੀਂ ਕਹਿ ਰਿਹਾ, ਕਿਉਂਕਿ ਇਹ ਤਾਂ ਜਿਹੜੇ ਪੰਜਾਬ ਸਟੇਟ ਦੇ ਅਕਾਊਂਟਸ ਹੁੰਦੇ ਆ, ਇਹ ਆਡੀਟਰ ਜਨਰਲ ਆਡਿਟ ਕਰਦਾ ਹੈ, ਹਰ ਕੁਆਟਰ ਦੇ ਵਿੱਚ ਆਡਿਟ ਹੁੰਦੇ ਆ, ਇਹ ਪਬਲਿਕ ਡਾਕੂਮੈਂਟਸ ਹੁੰਦੇ ਆ। ਅਸੀਂ ਆਪਣੇ ਪਿਛਲੇ 5 ਸਾਲਾਂ 'ਚ ਜਿਹੜੇ ਸਾਡੇ ਰੈਵਨਿਊਜ਼ ਹੈ, ਜਿਹਨੂੰ ਅਸੀਂ ਆਮਦਨ ਕਹਿੰਦੇ ਆ, ਇਹ ਅਸੀਂ ਦੁੱਗਣੀ ਕਰ ਲਈ, ਔਰ ਅਸੀਂ ਜਿਹੜੇ ਖਰਚੇ ਹੈ, ਅਸੀਂ ਆਪਣੇ ਖਰਚਿਆਂ ਨੂੰ ਦੁੱਗਣਾ ਹੋਣ ਤੋਂ ਲਗਾਮ ਦਿੱਤੀ ਹੋਈ ਹੈ। ਇਸ ਵਜ੍ਹਾ ਨਾਲ ਅਸੀਂ ਪੰਜਾਬ ਆਪਣੇ ਪੈਰਾਂ ਸਿਰ ਖੜਾ ਹੋ ਗਿਆ, ਸਾਡੀਆਂ ਸੇਵਿੰਗਸ ਆਉਣ ਲੱਗ ਗਈਆਂ, ਅਸੀਂ ਪੇ ਕਮਿਸ਼ਨ ਜਿਹੜੀ ਹੈ ਉਹਨੂੰ ਇੰਪਲੀਮੈਂਟ ਕਰਤਾ ਹੈ। ਅਸੀਂ ਕਿਉਂਕਿ ਤੁਸੀਂ ਇੱਕ ਜ਼ਰੂਰ
ਇਸ ਗੱਲ ਨੂੰ ਅਪਰੀਸ਼ੀਏਟ ਕਰੋਗੇ ਔਰ ਤੁਸੀਂ ਆਪਣੇ ਤੁਸੀਂ ਕਬੀਲਦਾਰ ਬੰਦੇ ਹੋ। ਮੇਰੀ ਆਮਦਨ ਤੇ ਮੇਰਾ ਖਰਚਾ ਕਿੰਨਾ ਹੈ ਇਹਦੇ 'ਚ ਮੈਨੂੰ ਬੈਲੈਂਸ ਤਾਂ ਬਣਾਉਣਾ ਹੀ ਪਏਗਾ। ਅਸੀਂ ਉਹ ਬੈਲੈਂਸ ਬਣਾ ਕੇ ਰੱਖਿਆ ਹੋਇਆ ਆਮਦਨ ਤੇ ਖਰਚੇ ਦਾ। ਦੂਸਰਾ ਹੈ ਕਿ ਇੱਕ ਬੈਲੈਂਸ ਇਹ ਵੀ ਬਣਾਉਣਾ ਪੈਣਾ ਹੈ ਕਿ ਮੈਂ ਜਿਹੜੀ ਮੇਰੀ ਆਮਦਨ ਹੈ ਉਸ ਆਮਦਨ ਦਾ ਮੈਂ ਕਰਨਾ ਕੀ ਹੈ। ਇੱਕ ਪਾਸੇ ਤਾਂ ਮੈਂ ਸਟੇਟ ਦੀ ਡਿਵੈਲਪਮੈਂਟ ਕਰਾਉਣੀ ਹੈ। ਡਿਵੈਲਪਮੈਂਟ ਦਾ ਮਤਲਬ ਹੈ ਸੜਕਾਂ, ਬਿਜਲੀ ਘਰ, ਨਹਿਰਾਂ, ਸਕੂਲ, ਹਸਪਤਾਲ, ਗਲੀ ਨਾਲੀ, ਟੂਟੀ ਖੰਭਾ, ਜਿਹਨੂੰ ਅਸੀਂ ਕੈਪੀਟਲ ਐਕਸਪੈਂਡੀਚਰ ਕਹਿੰਦੇ ਹਾਂ। ਪਰ ਮੈਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਇੱਕ ਪੰਜਾਬ ਦੇ ਵਿੱਚ ਐਸਾ ਤਬਕਾ ਵੀ ਹੈ ਜਿਹੜਾ ਸੁਬਾਹ ਉੱਠਦਾ ਹੈ ਔਰ ਇਹ ਖੂਹ ਪੱਟਣ ਲੱਗ ਜਾਂਦਾ ਔਰ ਜਦੋਂ ਸ਼ਾਮ ਹੁੰਦੀ ਹੈ, ਜੇ ਖੂਹ ਪੱਟਿਆ ਗਿਆ ਤਾਂ ਉਸ ਖੂਹ 'ਚੋਂ ਉਹਨੇ ਪਾਣੀ ਪੀਣਾ, ਜੇ ਖੂਹ ਨਾ ਪੱਟਿਆ ਗਿਆ ਤਾਂ ਉਹ ਤੋਂ ਪਾਣੀ ਨਹੀਂ ਪੀਤਾ ਜਾਣਾ। ਉਹ ਪਿਆਸੇ ਪੇਟ ਉਹ ਸੋਏਗਾ, ਜਿਹਨੂੰ ਲੋਕ ਭਲਾਈ ਦੇ ਕੰਮ ਕਹਿੰਦੇ ਆ। ਔਰ ਇਹ ਜਿਸ ਸਰਕਾਰ 'ਚ ਅਸੀਂ ਕੰਮ ਕਰ ਰਹੇ ਹਾਂ, ਅਸੀਂ ਮਸਲਨ ਬੁਢਾਪਾ ਪੈਨਸ਼ਨ, ਸ਼ਗਨ ਸਕੀਮ, ਫ੍ਰੀ ਜਿਹੜੇ ਬੱਸ ਟਰੈਵਲ, ਇਸ ਤੋਂ ਇਲਾਵਾ ਆ ਜਿਹੜੇ ਬਿਜਲੀ ਦੇ ਬਿੱਲ ਮਾਫ ਕੀਤੇ, ਹੋਰ ਕੰਸੈਸ਼ਨ ਦਿੱਤੀ, ਇਹਦਾ ਵੀ ਇੱਕ ਬੈਲੈਂਸ ਬਣਾਉਣਾ ਪੈਣਾ। ਔਰ ਉਸੇ ਸਵਾਲ ਦਾ ਜਵਾਬ ਹੈ ਕਿ ਪੰਜਾਬ ਦੇ ਕੁਝ ਸ਼ਾਰਟ ਟਰਮ ਗੋਲਸ ਹੈ ਪਰ ਸਾਡੇ ਲੌਂਗ ਟਰਮ ਗੋਲਸ ਵੀ ਹੈ। ਪੰਜਾਬ ਨੇ ਅੱਜ ਤੋਂ 10 ਸਾਲ 20 ਸਾਲ 30 ਸਾਲ ਉਹਦਾ ਵੀ ਬੈਲੈਂਸ। ਸੋ ਥੋੜਾ ਜੇ ਮੈਂ ਸਵਾਲ ਦਾ ਜਵਾਬ ਦੇਵਾਂ, ਇੱਕ ਬੈਲੈਂਸ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਇਹ ਵਜ੍ਹਾ ਹੈ ਕਿ ਪੰਜਾਬ ਅੱਜ ਫੇਰ ਅਸੀਂ ਸਾਡਾ ਕੋਈ ਓਵਰਡਰਾਫਟ ਹੈ ਨਹੀਂ, ਅਸੀਂ ਕਿਸੇ ਦੀਆਂ ਦੇਣਦਾਰੀਆਂ ਨਹੀਂ ਦੇਣੀਆਂ ਔਰ ਅਸੀਂ ਇਸ ਹੈਸੀਅਤ ਤੇ ਔਕਾਤ 'ਚ ਆ ਗਏ ਹਾਂ ਕਿ ਅਸੀਂ ਲੋਕਾਂ ਨੂੰ, ਖਾਸ ਕਰਕੇ ਲੋਕ ਭਲਾਈ ਦੇ ਕੰਮਾਂ 'ਚ ਅਸੀਂ ਕੰਸੈਸ਼ਨ ਦੇਣ ਲੱਗ ਗਏ। ਆਪ ਬਤਾ ਜਦੋਂ ਸਾਡੀ ਕਾਂਗਰਸ ਦੀ ਸਰਕਾਰ ਜਦੋਂ ਬਣੀ ਸੀਗੀ ਉਸ ਵੇਲੇ ਤੁਸੀਂ ਇੱਕ ਪ੍ਰੈਸ ਕਾਨਫਰੰਸ ਕਰਕੇ ਆ ਗਿਆ ਸੀ ਕਿ ਪਿਛਲੀ ਸਰਕਾਰ ਨੇ ਸਾਡੇ ਤੇ ਕਰਜ਼ਾ ਛੱਡ ਕੇ ਗਈ ਹੈ, ਇੱਕ ਵੱਡਾ ਕਰਜ਼ਾ ਸਾਡੇ ਤੇ ਛੱਡਿਆ ਗਿਆ। ਉਹ ਕਰਜ਼ਾ ਹੁਣ ਜਦੋਂ ਸਰਕਾਰ ਹੁਣ ਫਿਰ ਦੁਆਰਤੀ ਇਲੈਕਸ਼ਨ ਹੋਣ ਜਾ ਰਹੇ ਨੇ, ਇਹ ਕਰਜ਼ਾ ਸਾਡੇ ਦੇ ਉੱਤੇ ਵਧਿਆ ਵਾ ਜਾਂ ਘਟਿਆ ਵਾ, ਜਾਂ ਅਸੀਂ ਉੱਥੇ ਹੀ ਖੜੇ ਹਾਂ? ਸਭ ਇਹ ਕਰਜ਼ਾ ਜਿਹੜਾ ਹੈ ਓਵਰਆਲ ਤਾਂ ਵਧਿਆ ਹੈ ਬਟ ਪਰਸੈਂਟੇਜ ਦੇ ਹਿਸਾਬ ਨਾਲ, ਸਾਡੀ ਆਮਦਨ ਦੇ ਹਿਸਾਬ ਨਾਲ ਘਟਿਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹੈ ਕਿ ਮੇਰੇ ਘਰੇ ਜਿਹੜਾ ਆਦਮੀ ਮੇਰਾ ਰੋਟੀ ਪਕਾਉਂਦਾ ਹੈ ਜਾਂ ਮੇਰੀ ਸੇਵਾ ਕਰਦਾ ਹੈ, ਉਸ ਬੰਦੇ ਨੂੰ ਤਾਂ ਜੇ 50,000 ਰੁਪਏ ਦਾ ਉਹਦੇ ਤੇ ਕਰਜ਼ਾ ਹੋਵੇ ਤਾਂ ਉਹਨੂੰ ਬਹੁਤ ਵੱਡੀ ਰਕਮ ਲੱਗੇਗੀ। ਪਰ ਜੇ ਮਨਪ੍ਰੀਤ ਦੇ ਉੱਤੇ ਲੱਖ ਰੁਪਇਆ ਵੀ ਕਰਜ਼ਾ ਹੈ ਮੇਰੇ ਆਪ ਦੇ ਉੱਤੇ, ਕਿਉਂਕਿ ਮੈਂ ਜ਼ਮੀਨਾਂ ਵਾਲਾ ਆਦਮੀ ਹੈ, ਤਾਂ ਮੈਨੂੰ ਉਹ ਘੱਟ ਲੱਗੇਗਾ। ਸੋ ਜਿਹੜਾ ਪੰਜਾਬ ਦਾ ਕਰਜ਼ਾ ਜਿਹੜਾ ਹੈ ਓਵਰਆਲ ਪੰਜਾਬ ਦੀ ਆਮਦਨ ਨਾਲ ਤਾਂ ਉਹਦੀ ਪਰਸੈਂਟੇਜ ਥੱਲੇ ਗਈ ਹੈ, ਬਟ ਰਕਮ ਜਿਹੜੀ ਹੈ ਉਹ ਤਾਂ ਵਧੀ ਹੈ। Sir, what is the total amount involved in that? What is the total involved in that? 2,75,000 ਕਰੋੜ ਕਰਜ਼ਾ ਹੈ ਪੰਜਾਬ ਦਾ, ਜਿਹਦੇ ਵਿੱਚੋਂ 40,000 ਤਾਂ ਸਾਨੂੰ ਯਕਮੁਸ਼ਤ ਪਹਿਲੇ ਦਿਨ ਹੀ ਟੱਕਰ ਗਿਆ ਸੀ। ਮਨਪ੍ਰੀਤ ਜੀ, ਬੈਲੈਂਸ ਬਣਾਉਣ ਲਈ ਛੱਡ ਕੇ ਕਿੰਨਾ ਗਏ ਸੀ ਜੀ ਕਰਜ਼ਾ? ਉਹ ਅਕਾਲੀ ਦਲ ਕਿੰਨਾ ਛੱਡ ਕੇ? 2 ਲੱਖ ਦੇ ਤਕਰੀਬਨ ਕਰੋੜ ਛੱਡ ਕੇ ਗਏ ਸੀ ਔਰ 40,000 ਇਹ ਜਿਹੜਾ ਸਾਨੂੰ ਐਡੀਸ਼ਨਲ ਸਾਨੂੰ ਮਿਲ ਗਿਆ। ਸਰ ਜਿਹੜੀ ਆਪਾਂ ਫੈਸਿਲਿਟੀ ਦੇ ਕਿਹੜੀ ਤਰੀਕ ਤੱਕ ਇਹ ਅਮਾਉਂਟ ਹੈ? ਸਭ ਇਹ ਆਡਿਟਡ ਰਿਜ਼ਲਟਸ ਹੈ, ਤੁਹਾਨੂੰ ਕਿਸੇ ਵੀ ਪਬਲਿਕ ਡਾਕੂਮੈਂਟ ਚੋਂ ਮਿਲ ਜਾਣਾ। ਸਰ ਇੱਕ ਬਾਰ ਕਰ ਲੈ। ਸਰ, ਆਪਣਾ ਜੋ ਵੀ ਤੱਕ ਬੈਲੈਂਸ ਬਣਾਉਣ ਦੀ ਗੱਲ ਕਰ ਰਹੇ ਹੋ, ਸਰ ਇਹ 'ਚ ਆਪਣੀ ਆਮਦਨ ਵਧੀ ਹੈ ਕਿ ਆਪਾਂ ਖਰਚਾ ਘਟਾਇਆ ਜੀ? ਕਿੱਦਾਂ ਬੈਲੈਂਸ? ਸਰ ਆਮਦਨ ਦੁੱਗਣੀ ਕਰ ਲਈ ਹੈ। ਆਮਦਨ ਦੇਖੋ, ਖਰਚੇ ਵੀ ਤਾਂ ਵਧੇ ਪਰ ਖਰਚੇ ਦੁੱਗਣੇ ਨਹੀਂ ਵਧੇ। ਤੇ ਖਰਚੇ ਤਾਂ ਵਧਣਗੇ ਕਿਉਂਕਿ ਹਰ ਸਾਲ ਸੈਲਰੀਜ਼ ਵੱਧਦੀਆਂ, ਇਨਕਰੀਮੈਂਟ ਲੱਗਦੇ ਹੈ, ਡੀਏ ਲੱਗਦਾ ਹੈ, ਹਰ ਚੀਜ਼ ਲੱਗਦੀ ਹੈ। ਬਟ ਅਸੀਂ ਆਪਣੀ ਆਮਦਨ ਦੁੱਗਣੀ ਕਰ ਲਈ ਹੈ, ਖਰਚੇ ਦੁੱਗਣੇ ਨਹੀਂ ਹੋਣ ਦਿੱਤੇ। ਇਸ ਵਜ੍ਹਾ ਨਾਲ ਸਾਨੂੰ ਓਵਰਡਰਾਫਟ 'ਚ ਨਹੀਂ ਜਾਣਾ ਪਿਆ, ਅਸੀਂ ਸਿੰਕਿੰਗ ਫੰਡ ਕ੍ਰੀਏਟ ਕਰ ਲਿਆ ਹੈ। ਔਰ ਪੰਜਾਬ ਦੀ ਜਿਹੜੀ ਜਿਸ ਹਾਲਾਤ ਦੇ ਵਿੱਚ ਅਕਾਲੀ ਦਲ ਵੇਲੇ ਹਰ ਦੂਜੇ ਦਿਨ ਓਵਰਡਰਾਫਟ ਸਟੇਟ ਹੁੰਦਾ ਸੀਗਾ, ਸੈਲਰੀਜ਼ ਲੇਟ ਹੋ ਜਾਂਦੀਆਂ ਸੀ, ਇੱਕ ਦਿਨ ਵੀ ਸੈਲਰੀ ਅਸੀਂ ਰੁਕਣ ਨਹੀਂ ਦਿੱਤੀ। ਬੁਢਾਪਾ ਪੈਨਸ਼ਨ ਜਿਹੜੀ ਉਹਨਾਂ ਕੋਲੇ 250 ਰੁਪਏ ਹੁੰਦੀ ਸੀ, ਉਹ 1500 ਕਰਤੀ ਹੈ। ਔਰ ਇੱਕ ਵੀ ਮਹੀਨਾ ਨਾਗਾ ਨਹੀਂ ਪੈਣ ਦਿੱਤਾ। ਅਕਾਲੀ ਦਲ ਵੇਲੇ ਤਾਂ 6-6 ਮਹੀਨਿਆਂ ਦੇ ਨਾਗੇ ਵੀ ਪੈ ਜਾਂਦੇ ਸੀ। ਔਰ ਮੈਂ ਫੇਰ ਇਹਨੂੰ ਪਲੀਜ਼ ਇਹਨੂੰ ਮਨਪ੍ਰੀਤ ਦੀ ਵਜ੍ਹਾ ਨਾਲ ਨਹੀਂ ਹੋਇਆ। ਸਰ ਜਿਹੜੀ ਇਹ ਪਰਮਾਤਮਾ ਨੇ ਕੋਈ ਖਾਸ ਪੰਜਾਬ ਦੇ ਸਿਰ ਤੇ ਹੱਥ ਰੱਖਿਆ ਹੋਇਆ, ਇਹ ਪਤਾ ਨਹੀਂ ਅਸੀਂ ਮੈਨੇਜ ਕਰ ਲਿਆ। ਔਰ ਸਰਕਾਰ ਤੋਂ ਉਮੀਦਾਂ ਵੀ ਬੜੀਆਂ ਹੁੰਦੀਆਂ ਨੇ ਲੋਕਾਂ ਦੀ, ਜਿਹੜੇ ਬੈਲੈਂਸ ਰਹਿੰਦੇ। ਤੁਸੀਂ ਛੂਟ ਵੀ ਦੇ ਰਹੇ ਹੋ, ਸਭ ਦੇ ਰਹੇ ਹੋ, ਤੇ ਉਹਦਾ ਭਾਰ ਵੀ ਤੇ ਪਏਗਾ ਰੈਵਨਿਊ। ਸਭ
ਉਸ ਹੈਸੀਅਤ ਦੇ ਵਿੱਚ ਆ ਗਏ ਹਾਂ ਕਿ ਅਸੀਂ ਇਹ ਅਫੋਰਡ ਕਰ ਸਕਦੇ। ਜੇ ਹੈਸੀਅਤ ਜਦੋਂ ਨਹੀਂ ਸੀ, ਉਹ ਕਿਸੇ ਵੇਲੇ ਸੀਗਾ ਵੀ ਟਕੇ ਦਾ ਹੱਥ ਹੀ ਨਹੀਂ ਖਰੀਦਿਆ ਗਿਆ, ਫਿਰ ਲੱਖ ਦਾ ਖਰੀਦ ਲਿਆ। ਸੋ ਅੱਜ ਅਸੀਂ ਉਸ ਹੈਸੀਅਤ 'ਚ ਆ ਗਏ ਹਾਂ। ਔਰ ਮੈਂ ਫੇਰ ਕਹਿਣਾ ਹੈ, ਇਹਨੂੰ ਮਿਸਇੰਟਰਪ੍ਰੇਟ ਵੀ ਨਾ ਕਰਿਓ ਕਿ ਜੇ ਅਸੀਂ ਬਿਜਲੀ ਦੇ ਬਿੱਲ ਮਾਫ ਕੀਤੇ ਹੈ, ਮਤਲਬ ਏਰੀਅਰਸ ਮਾਫ ਕੀਤੇ ਹੈ, ਦਰਅਸਲ ਉਹ ਏਰੀਅਰਸ ਆਣੇ ਵੀ ਨਹੀਂ ਸੀਗੇ, ਉਹ ਤਾਂ ਬੁੱਕਸ ਦੇ ਵਿੱਚ ਹੀ ਸੀਗਾ ਕਿ ਇਹ ਤੁਹਾਡਾ ਹੈ। So might as well clean up your books of account. It means It is not gimmick. You have not used the word gimmick, but ਸਰ ਮੇਰੀ ਦੇਖੋ, ਤੁਹਾਡੇ ਬਿੱਲ ਦੇ ਵਿੱਚ ਏਰੀਅਰ ਆ ਰਿਹਾ ਹੈ, ਤੁਹਾਡੇ ਬਿੱਲ 'ਚ ਏਰੀਅਰ ਆ ਰਿਹਾ ਹੈ। ਇਹ ਮੈਨੂੰ ਪਤਾ ਹੈ ਉਹ ਏਰੀਅਰਸ ਆਣੇ ਨਹੀਂ ਸੀ, ਉਹ ਅਸੀਂ ਐਫਡੀ ਤੋਂ ਉਹਨਾਂ ਨੂੰ ਦੇ ਕੇ ਆਪਣੀਆਂ ਬੁੱਕਸ ਕਲੀਨ ਕੀਤੀਆਂ। यार वी आर रनिंग अ स्टेट, यू नो। हाँ, कोई करियाने की दुकान नहीं चला रहे, स्टेट चला रहे, 3 करोड़ आदमी। सब ਅਸੀਂ ਸਰ ਮੈਂ ਜੇ ਮੇਰੇ ਰੱਬ ਨੂੰ ਮਨਜ਼ੂਰ ਹੋਇਆ ਤਾਂ 7 ਦਿਨਾਂ ਦੇ ਵਿੱਚ ਜਿਹੜੇ ਤਕਰੀਬਨ 50,000 ਟੈਕਸ ਪੇਅਰ ਅਸੈਸਿਸ ਹੈਗੇ, ਔਰ ਜਿਹੜੇ ਵੈਟ, ਕਿਉਂਕਿ ਦੇਖੋ ਗੱਲ ਇਹ ਹੈ ਕਿ 50,000 ਬੰਦਾ ਤੁਹਾਡੇ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟ ਰਿਹਾ ਔਰ ਉਹਨਾਂ ਤੋਂ ਪੈਸੇ ਲੈਣੇ ਤੁਸੀਂ 350 ਕਰੋੜ, 40,000 ਬੰਦੇ ਤੋਂ ਤੁਸੀਂ 50 ਕਰੋੜ ਰੁਪਏ ਲੈਣਾ। ਇਹ ਹੁਣ ਤੁਸੀਂ ਦੱਸੋ, ਜੇ ਤੁਸੀਂ ਵੀ ਟੈਕਸ ਮਿਨਿਸਟਰ ਹੁੰਦੇ, ਤੁਸੀਂ ਇਹਦਾ ਕੀ 50 ਕਰੋੜ ਪਿੱਛੇ 40,000 ਬੰਦਾ ਔਰ ਤੁਹਾਡੀ ਇੱਕ ਫੌਜ ਬੈਠੀ ਹੈ ਜਿਹੜੀ ਉਹਨਾਂ ਨੂੰ ਰੋਜ਼ ਡੀਲ ਕਰ ਰਹੀ ਹੈ, ਉਹ ਫੌਜ ਨੂੰ ਉੱਥੋਂ ਪਰੇ ਕਰਕੇ ਕਿਸੇ ਹੋਰ ਕੰਮ ਚਲਾਓ ਤਾਂ ਕਿ ਟੈਕਸ ਵਧੇ। ਹੁੰਦਾ ਕਿ ਜਿੱਥੇ ਤੱਕ ਨੌਲੇਜ ਆਈ ਸਾਨੂੰ ਕਿ 5 ਸਾਲ ਤੋਂ ਬਾਅਦ ਮਤਲਬ ਕਿ ਇਹ ਕਿਤਾਬਾਂ ਬੁੱਕਸ ਵਗੈਰਾ ਮੇਨਟੇਨ ਕਰਨ ਦੀ ਲੋੜ ਨਹੀਂ ਪੈਂਦੀ, ਪਰ ਇਹ ਤਾਂ ਹੁਣ 2014 ਪਿਛਲੇ ਕਾਫੀ लंबे समय तो कईयों को तो रिकॉर्ड ही नहीं है। सर मैं उसका बता रहा हूँ कि 1 हफ्ते के अंदर अंदर इसको हम सब सफाया कर देंगे। कैबिनेट में आज जो मुझे बातें पता चली हैं उसके हिसाब से वी विल फाइंड अ सोल्यूशन टू दिस कि असी वैट वाले सिस्टम तो ये जिहड़ी लैगेसी इशूज़ है, पुराने केस चलते पे है, ਇਹ ਸਰਕਾਰ ਦਾ ਵੀ ਹਿੱਤ 'ਚ ਨਹੀਂ ਹੈ ਕਿ ਸਰਕਾਰ ਦਾ ਐਡੀ ਵੱਡੀ ਅਫਸਰਸ਼ਾਹੀ ਉਹ ਪੁਰਾਣੇ 14-15 ਦੇ ਕੇਸ ਡੀਲ ਕਰ ਰਹੀ ਹੈ। ਅਸੀਂ ਅਗਲੀ ਕੈਬਨਿਟ ਮੀਟਿੰਗ ਕਰਕੇ ਇਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ। ਮੀਟਿੰਗ ਦੇ ਵਿੱਚ ਇੱਕ ਗੱਲ ਕਹੀ ਸੀਗੀ ਵੀ ਜਿਹੜੇ ਇੰਡਸਟਰੀਅਲਿਸਟ ਹੈਗੇ ਨੇ ਜਾਂ ਟੈਕਸ ਭਰਨ ਵਾਲੇ ਬੰਦੇ ਨੇ, ਉਹਨਾਂ ਨੂੰ ਦਫ਼ਤਰਾਂ 'ਚ ਧੱਕੇ ਨਾ ਖਾਣੇ ਪੈਣ, ਉਹਦੇ ਵਾਸਤੇ ਕਰੋਗੇ ਕੀ ਸਰ? ਇੱਕ ਲਾਈਨ ਤੁਸੀਂ ਬੋਲੇ। सर मैं ये चाहना है कि टैक्स असेसमेंट जो पंजाब में है ਉਹ ਫੇਸਲੈਸ ਹੋ ਜਾਏ। ਕਿਸੇ ਬੰਦੇ ਨੂੰ ਟੈਕਸ ਦੇ ਦਫ਼ਤਰ 'ਚ ਨਾ ਜਾਣਾ ਪਵੇ, ਔਰ ਜਿਹੜਾ ਬੰਦਾ ਅਸੈਸੀ ਹੈ ਉਹਨੂੰ ਇਹ ਨਾ ਪਤਾ ਹੋਵੇ ਮੇਰਾ ਅਸੈਸਰ ਕੌਣ ਹੈ। ਔਰ ਜੇ ਕਿਤੇ ਕਿਸੇ ਨਾਲ ਕੋਈ ਮੀਟਿੰਗ ਵੀ ਹੋਵੇ ਤਾਂ ਉਹ ਇਲੈਕਟ੍ਰੋਨਿਕ ਮੀਟਿੰਗ ਹੋਵੇ, ਔਰ 1 ਮਿੰਟ ਸੁਣ ਲਓ, ਔਰ ਉਹਦਾ ਰਿਕਾਰਡ ਰੱਖਿਆ ਜਾਵੇ ਤਾਂ ਕਿ ਜਿਹੜਾ ਉਹਦਾ ਸੀਨੀਅਰ ਹੈ ਜਾਂ ਮੈਂ ਹੈ ਅਸੈਸ ਕਰ ਸਕਾਂ ਕਿ ਫਲਾਣੇ ਬੰਦੇ ਨੇ ਜਵਾਬ ਕੀ ਦਿੱਤਾ, ਸੋ ਦੈਟ ਜਿਹੜੀ ਇਹ ਡਿਸਕ੍ਰਿਸ਼ਨ ਹੈ ਇਹ ਖਤਮ ਹੋਣੀ ਚਾਹੀਦੀ ਹੈ। GST ਨੂੰ ਲੈ ਇਨਵੈਸਟ ਕੇ ਪੰਜਾਬ ਦੇ ਵਿੱਚ ਤੁਸੀਂ ਗੱਲ ਕੀਤੀ ਹੈ, ਇਨਵੈਸਟ ਪੰਜਾਬ ਦੇ ਵਿੱਚ ਜਿੱਦਾਂ ਸਾਰੇ ਉਦਯੋਗਪਤੀਆਂ ਨੇ ਆਪਣੀ ਆਪਣੀ ਸਮੱਸਿਆ ਦੱਸੀਆਂ, ਸਭ ਤੋਂ ਵੱਡੀ ਸਮੱਸਿਆ ਉਹਨਾਂ ਦੀ ਕੁਝ ਹੋ ਕਹਿੰਦਾ ਤੁਸੀਂ ਕਿੱਦਾਂ ਪੰਜਾਬ ਗਵਰਨਮੈਂਟ ਇੰਪਰੈਸਡ ਕਰ ਸਕਦੀ ਹੈ ਬਾਹਰ ਦੇ ਜਿਹੜੇ ਵੱਡੇ ਉਦਯੋਗਪਤੀ ਆ, ਔਰ ਕਿਸ ਤਰ੍ਹਾਂ ਫੋਰਨ ਦੇ ਇਨਵੈਸਟਮੈਂਟਸ ਨੂੰ ਤੁਸੀਂ ਦੱਸ ਸਕਦੇ ਹੋ, ਕਿਉਂਕਿ ਕਹਿੰਦੇ ਇਨਫਰਾਸਟ੍ਰਕਚਰ ਦੀ ਕਮੀ ਆ, এনवायरमेंट ਦੀ ਕਮੀ ਆ, ਔਰ ਪ੍ਰੋ ਇੰਡਸਟਰੀਅਲਿਸਟ ਮਾਹੌਲ ਕਿਸ ਤਰ੍ਹਾਂ ਦੇਵੋਗੇ ਤੁਸੀਂ? ਸਭ ਅੱਜ ਦਾ ਟਾਈਮ ਜਿਹੜਾ ਸ਼ਾਰਟ ਰਹਿ ਗਿਆ। And also the regular rail roko Bharat Bandh and industry is in hardship because nobody is coming from outside. चलो ये तो this is a phenomena which has only taken place in the last 12 months, but मैं आपको बड़ी जिम्मेवारी से और बड़े वसूख से एक बात कहना चाहता हूँ कि पिछले 4.5 साल में पंजाब में 80,000 करोड़ की इन्वेस्टमेंट ग्राउंडेड है। प्लीज़ इसको फिर से एक बार नोट कर लें। और कोविड के दौरान भी ਸਾਡੇ ਕੋਲੇ 20,000 ਕਰੋੜ ਦੀ ਇਨਵੈਸਟਮੈਂਟ ਆਈ, ਇਹਦਾ ਮੈਂ ਬ੍ਰੇਕਅਪ ਵੀ ਤੁਹਾਨੂੰ ਮੈਂ SMS ਕਰ ਦੂੰਗਾ। 22,000-24,000 ਕਰੋੜ ਤਾਂ ਰਿਫਾਈਨਰੀ ਦੀ ਆਈ, ਪੈਪਸੀ ਪਲਾਂਟ ਆਇਆ, ਫੋਰਜਿੰਗਸ ਆਈਆਂ ਪੰਜਾਬ ਦੇ ਵਿੱਚ। ਦਿਸ ਹੈਜ਼ ਬੀਨ ਦ ਬੈਸਟ 4.5 years। ਔਰ ਮੇਰੀ ਇੱਕ ਹੋਰ ਵੀ ਬੇਨਤੀ ਹੈ ਕਿ ਪੰਜਾਬ ਅੱਜ ਵੀ ਇਨਵੈਸਟਮੈਂਟ ਜਾਂ ਇਨਫਰਾਸਟ੍ਰਕਚਰ ਦੇ ਹਿਸਾਬ ਨਾਲ ਇਟਸ ਅ ਗੁੱਡ ਸਟੇਟ। ਤੁਸੀਂ ਬਿਹਾਰ ਦੀ ਗੱਲ ਕਰਦੇ ਹੋ, ਮੱਧ ਪ੍ਰਦੇਸ਼ ਕਿਤੇ ਜਾ ਕੇ ਦੇਖੋ, ਉੱਥੇ ਵੀ ਇਨਫਰਾਸਟ੍ਰਕਚਰ ਇੰਨਾ ਬਿਹਤਰ ਨਹੀਂ ਹੈ ਜਿੰਨਾ ਕਿ ਸੋਚਿਆ। ਔਰ ਪੰਜਾਬੀ ਜਿਹੜਾ ਹੈ ਉਹ ਪੰਜਾਬ 'ਚ ਇਨਵੈਸਟ ਕਰਦਾ ਹੈ। ਔਰ ਅੱਜ ਸਾਡੀ ਜਿਹੜੇ ਸਭ ਤੋਂ ਵੱਡੀ ਪ੍ਰਾਇੋਰਟੀ ਹੈ ਉਹ ਹੈ ਕਿ ਜਿਹੜਾ ਇੰਡਸਟਰੀਅਲਿਸਟ ਅੱਜ ਪੰਜਾਬ 'ਚ ਕੰਮ ਕਰ ਰਿਹਾ ਹੈ,
ਜਿੱਦਨ ਉਹਨੂੰ ਸਹੂਲਤ ਮਿਲ ਗਈ ਔਰ ਜਿੱਦਨ ਉਹਨੂੰ ਲੱਗਿਆ ਕਿ ਸਾਡਾ ਕੰਮ ਸਾਡੇ ਮਾਮਲਾਤ ਠੀਕ ਹੈ, ਬਾਹਰਲੀ ਇਨਵੈਸਟਮੈਂਟ ਖੁਦ ਬੇ ਖੁਦ ਚੱਲ ਕੇ ਆਏਗੀ। ਬਟ ਮੇਨ ਪ੍ਰਾਇੋਰਟੀ ਇਜ਼ ਐਗਜ਼ਿਸਟਿੰਗ ਜਿਹੜਾ ਉਹਨੂੰ ਈਜ਼ ਆਫ ਡੂਇੰਗ ਬਿਜ਼ਨਸ ਤੇ। ਸਰ ਇਹ ਬਾਰੀ ਬਾਰੀ ਕਰ ਲਓ, ਬਾਰੀ ਬਾਰੀ ਕਰ ਲਓ यार। सब ऐसे करो सब ऐसे। मैं एक मिनट, सब आप जो भी सवाल करो उसको 2-3 हिस्से चाहे बना लो, बट देन अगेन you are again there are 3 people asking, I have to give time to others। सर जिन्होंने नहीं सवाल पूछा वो पूछ ले पहले। सॉरी ਪਾਵਰ ਕੱਟ ਬੜੇ ਲੱਗ ਰਹੇ ਨੇ। ਸਭ ਇਹ ਬਦਕਿਸਮਤੀ ਹੈ ਕਿ ਜਿਹੜੀ ਕੋਲ ਇੰਡੀਆ ਹੈ, ਜਿੱਥੋਂ ਸਾਰਾ ਕੋਇਲਾ ਆ ਰਿਹਾ, ਉਹਨਾਂ ਦੀਆਂ ਖਾਨਾਂ ਦੇ ਵਿੱਚ ਬਰਸਾਤ ਹੋਣ ਕਰਕੇ ਖਾਨਾਂ ਪਾਣੀ ਨਾਲ ਭਰ ਗਈਆਂ। ਕੋਇਲੇ ਦੀ ਇੰਟਰਨੈਸ਼ਨਲ ਸਕੇਲ ਤੇ ਜਿਹੜੀ ਇੰਟਰਨੈਸ਼ਨਲ ਸਟੇਜ ਤੇ ਕੋਇਲੇ ਦੀ ਕੀਮਤ ਦੁੱਗਣੀ ਜਾਂ 2.5 ਗੁਣਾ ਹੋ ਗਈ ਹੈ। ਕੋਵਿਡ ਦਾ ਦੌਰ ਖਤਮ ਹੋਣ ਨਾਲ ਇੰਡਸਟਰੀ ਦੀ ਡਿਮਾਂਡ ਜਾਂ ਕਮਰਸ਼ੀਅਲ ਡਿਮਾਂਡ ਵੱਧ ਗਈ ਹੈ। ਅੱਜ ਕੋਲੇ ਦੀ ਸ਼ਾਰਟੇਜ ਆਈ ਹੋਈ ਹੈ। ਬਾਵਜੂਦ ਇਸ ਦੇ ਪੰਜਾਬ 'ਚ ਅਸੀਂ ਮੇਨਟੇਨ ਕੀਤਾ ਕਿ ਘੱਟ ਤੋਂ ਘੱਟ ਪਾਵਰ ਕੱਟਸ ਲੱਗਣ। ਤੁਸੀਂ ਇਹ ਵੀ ਸਾਡੀ ਇਹ ਸਾਡਾ ਅਲਮੀਆ ਜਾਂ ਪ੍ਰੋਬਲਮ ਇਹ ਹੈ ਕਿ 80% ਆਫ ਪਾਵਰ ਇਨ ਪੰਜਾਬ ਇਜ਼ ਜਨਰੇਟਡ ਥਰੂ ਕੋਲ। ਸਾਡੇ ਕੋਲ ਸਟੇਸ਼ਨਸ ਹੈਗੇ, ਕੋਇਲਾ ਆ ਨਹੀਂ ਰਿਹਾ। ਔਰ ਜੇ ਤੁਸੀਂ ਆਪਣੀਆਂ ਅੱਖਾਂ ਬੰਦ ਕਰਕੇ ਹਿੰਦੁਸਤਾਨ ਦਾ ਨਕਸ਼ਾ ਦੇਖੋ ਤਾਂ ਕੋਲੇ ਦੀਆਂ ਖਾਨਾਂ ਤੋਂ ਜੇ ਕੋਈ ਸਭ ਤੋਂ ਦੂਰ ਕੋਈ ਜਗ੍ਹਾ ਹੈਗੀ ਤਾਂ ਉਹ ਪੰਜਾਬ ਹੈ, ਕਿਉਂਕਿ ਜੰਮੂ ਕਸ਼ਮੀਰ ਤੇ ਹਿਮਾਚਲ ਨੂੰ ਤਾਂ ਹਾਈਡਰੋ ਨਾਲ ਚੱਲ ਜਾਂਦਾ ਹੈ। ਬਾਵਜੂਦ ਇਸ ਦੇ ਚਾਹੇ ਅਸੀਂ 12-14 ਰੁਪਏ ਤੱਕ ਵੀ ਬਿਜਲੀ ਖਰੀਦ ਰਹੇ ਪਰ ਯੂਨਿਟ, ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਨਇੰਟਰਪਟਡ ਪੰਜਾਬ ਦੇ ਵਿੱਚ ਸਪਲਾਈ ਹੋਵੇ। ਔਰ ਜੋ ਮੈਂ ਅਖਬਾਰ 'ਚ ਪੜ੍ਹ ਰਿਹਾ ਕਿ ਕੋਇਲੇ ਦੀ ਸਿਚੁਏਸ਼ਨ ਜਿਹੜੀ ਹੈ ਉਹ ਹਰ ਰੋਜ਼ ਜਾਂ ਹਰ ਘੰਟੇ ਦੇ ਇਤਬਾਰ ਨਾਲ ਉਹ ਇੰਪਰੂਵ ਹੋ ਰਹੀ ਹੈ। ਐਂਡ ਆਈ ਹੋਪ ਦਿਸ ਇੰਪਰੂਵਸ। ਬਟ ਇਹ ਪ੍ਰੋਬਲਮ ਤੁਹਾਡੇ ਸਾਹਮਣੇ ਹੈ ਕਿ ਸਾਡੇ ਕੋਲੇ 30 ਦਿਨਾਂ ਦੇ ਸਟਾਕ ਸੀਗੇ, ਉਹ ਡਿਪਲੀਟ ਹੁੰਦੇ ਅੱਜ 2 ਦਿਨਾਂ ਦੇ ਰਹਿ ਗਏ ਹੈ। ਤੇ ਜੇ ਕੋਇਲਾ ਨਾ ਪਹੁੰਚਿਆ ਤਾਂ ਕਿਸੇ ਵੀ ਰੇਟ ਤੇ ਬਿਜਲੀ ਖਰੀਦਣ ਦੀ ਕੋਸ਼ਿਸ਼ ਕਰਾਂਗੇ। ਬਟ ਸੀਐਮ ਸਾਹਿਬ ਨੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਚਿੱਠੀ ਲਿਖੀ ਹੈ ਕਿ ਪੰਜਾਬ ਦੀ ਇਕਨੋਮੀ ਜਿਹੜੀ ਹੈ ਕੋਲੇ ਤੇ ਮੁਯੱਸਰ ਹੈ, ਇਸ ਕਰਕੇ ਕੋਇਲਾ ਜਿਹੜਾ ਹੈ ਉਹ ਜਲਦੀ ਤੋਂ ਜਲਦ ਪਹੁੰਚੇ। ਇਹਦੇ ਨਾਲ ਰਿਲੇਟਡ ਸਾਰੀਆਂ ਸਿਆਸੀ ਪਾਰਟੀਆਂ ਬਿਜਲੀ ਨੂੰ ਲੈ ਕੇ ਕਹਿੰਦੇ ਵੀ ਅਸੀਂ ਫ੍ਰੀ ਬਿਜਲੀ ਦੇਵਾਂਗੇ 300 ਯੂਨਿਟ। ਤੁਸੀਂ ਵੀ ਕਾਂਗਰਸ ਨੇ ਵੀ ਕਿਹਾ, ਆਮ ਆਦਮੀ ਪਾਰਟੀ ਵੀ ਸਪਨਾ ਦਿਖਾ ਰਿਹਾ। ਜੇ ਬਿਜਲੀ ਨਹੀਂ ਪੈਦਾ ਹੋਗੀ ਕਿ ਫ੍ਰੀ ਵਾਲਾ ਸਿਸਟਮ ਜਿਹੜੀ ਹੈ ਇਹ ਤੁਸੀਂ ਚੇਂਜ ਕਰੋਗੇ? ਸਰ ਬਿਜਲੀ ਤਾਂ ਪੈਦਾ ਹੋ ਰਹੀ ਹੈ, ਸਵਾਲ ਤਾਂ ਕੋਇਲੇ ਦਾ ਹੈ ਤੇ ਕੋਇਲਾ ਜਿਹੜਾ ਹੈ ਹੁਣ ਉਹ ਤਾ ਜ਼ਿੰਦਗੀ ਤਾਂ ਨਹੀਂ ਕੋਇਲੇ ਦੀ ਸ਼ਾਰਟੇਜ ਰਹਿਣੀ। ਔਰ ਸ਼ਾਰਟ ਟਰਮ ਜਿਹੜੀ ਇਹ ਸ਼ਾਰਟੇਜ ਹੈ ਇਹ ਖਤਮ ਹੋ ਜਾਏਗੀ। ਔਰ ਮੀਡੀਅਮ ਟਰਮ ਪੰਜਾਬ ਇਹ ਵੀ ਪਲਾਨ ਕਰ ਰਿਹਾ ਕਿ ਓਬਵੀਅਸਲੀ ਕੋਲ ਇਜ਼ ਨਾਟ ਦ ਫਿਊਚਰ ਆਫ ਪਾਵਰ। ਔਰ ਅਸੀਂ ਇਹਦਾ ਕੋਈ ਨਾ ਕੋਈ ਆਲਟਰਨੇਟਿਵ ਮੀਡੀਅਮ ਤੌਰ ਤੇ, ਚਾਹੇ ਉਹ ਸੋਲਰ ਹੋਵੇ ਜਾਂ ਕੋਈ ਗੈਸ ਹੋਵੇ, ਅਸੀਂ ਉਹ ਵੀ ਪਲਾਨ ਕਰ ਰਹੇ ਹਾਂ ਕਿ ਪੰਜਾਬ ਨੂੰ ਕੋਈ ਦਿਨ ਐਸਾ ਆਵੇ ਕਿ ਪੰਜਾਬ ਕੋਇਲੇ ਤੋਂ ਮੁਕਤ ਹੋ ਜਾਏ। ਕਿਉਂਕਿ ਤੁਸੀਂ ਇੱਕ ਗੱਲ ਅਪਰੀਸ਼ੀਏਟ ਕਰੋ, ਕੋਇਲਾ ਉਨਾ ਮਹਿੰਗਾ ਨਹੀਂ ਹੈ ਜਿੰਨਾ ਕੋਲੇ ਦਾ ਭਾੜਾ ਪੈ ਜਾਂਦਾ ਮਹਿੰਗਾ। ਔਰ ਗਵਰਨਮੈਂਟ ਆਫ ਇੰਡੀਆ ਨੇ ਪਿਛਲੇ 5 ਸਾਲਾਂ 'ਚ ਕੋਇਲ, ਕਿਉਂਕਿ ਪੈਸੇਂਜਰ ਟੈਕਸ ਰੇਲ ਪੈਸੇਂਜਰ ਦਾ ਉਹ ਕਿਰਾਇਆ ਨਹੀਂ ਵਧਾਉਂਦੇ, ਉਹ ਫਰੇਟ ਤੇ ਲੋਡ ਕਰ ਦਿੰਦੇ ਆ। ਰੇਲਵੇਜ਼ ਦੇ ਜੋ ਵੀ ਘਾਟੇ ਕੁੱਟੇ ਆ, ਪਿਛਲੇ 5 ਸਾਲਾਂ 'ਚ ਰੇਲਵੇ ਦਾ ਕਿਰਾਇਆ ਦੁੱਗਣਾ ਹੋ ਗਿਆ ਕੋਲੇ ਤੇ। ਔਰ ਤਕਰੀਬਨ 2 ਰੁਪਏ ਯੂਨਿਟ ਤਾਂ ਇਹ ਸਿਰਫ ਇਹਦਾ ਬਿਜਲੀ ਦਾ ਭਾੜਾ ਪੈਂਦਾ, ਫਿਰ ਕੋਲਾ ਪੈਂਦਾ। ਸੋ ਇਵੈਂਚੁਅਲੀ ਪੰਜਾਬ ਵਿਲ ਹੈਵ ਟੂ ਕਮ ਆਊਟ ਆਫ ਕੋਲ। ਸਰ ਪੰਜਾਬ 'ਚ ਬਿਜਲੀ ਜਿਵੇਂ ਕਿਹਾ ਜਾਂਦਾ ਹੈ ਕਿ 5 ਰੁਪਏ ਦੇਖੋ ਇਹ ਹੈ ਨਹੀਂ ਸਾਰਿਆਂ ਦੇ, ਨਾ ਡੋਮੈਸਟਿਕ ਹੈ ਨਾ ਦੂਸਰੇ ਕੁਝ ਆਪਰਚੁਨਿਟੀ ਦਿੱਤੀ ਹੋਏ। ਇਹ ਹੈ ਹੋਏਗਾ ਜਾਂ ਨਹੀਂ? ਸਭ ਅਗਲੇ 5-10 ਦਿਨਾਂ 'ਚ ਔਰ ਦੀਵਾਲੀ ਤੋਂ ਬਹੁਤ ਪਹਿਲਾਂ ਅਸੀਂ ਇੱਕ ਰਿਵਿਊ ਕਰ ਰਹੇ ਹਾਂ ਕਿ ਇਹ ਪੰਜਾਬ ਦਾ ਓਵਰਆਲ, ਕਿਉਂਕਿ ਜੇ ਇੱਕ ਚੀਜ਼ ਦੁਖਦੀ ਹੈ, ਔਰ ਮੈਂ ਵੀ ਆਵਾਮੀ ਬੰਦਾ ਹਾਂ, ਮੈਂ ਸਾਰਾ ਦਿਨ ਹਜ਼ਾਰਾਂ ਲੋਕਾਂ ਨੂੰ ਮਿਲਦਾ ਹੈ, ਲੋਕਾਂ ਨੂੰ ਪਾਵਰ ਬਿਲਸ ਤੋਂ ਕਾਫੀ ਤਕਲੀਫ ਹੈ, ਔਰ ਖਾਸ ਕਰਕੇ ਜਿਹੜਾ ਗਰੀਬ ਹੈ। ਔਰ ਅਸੀਂ ਆਪਣੇ ਸਟੇਟ ਫਾਈਨੈਂਸਿਸ ਨੂੰ ਦੇਖਦੇ ਹੋਏ ਅਸੀਂ ਕੋਈ ਨਾ ਕੋਈ ਰਿਲੀਫ ਜਿਹੜੀ ਹੈ ਇਹ ਜ਼ਰੂਰ ਪਲਾਨ ਕਰ ਰਹੇ ਹਾਂ। ਉਹ ਕਿੰਨੀ ਹੋਵੇਗੀ, ਕਿਸ ਸ਼ਕਲ 'ਚ ਹੋਏਗੀ, ਅੱਜ ਤੁਹਾਨੂੰ ਨਹੀਂ ਦੱਸ ਸਕਦਾ। ਸਭ ਇਹ ਮੈਂ ਦੱਸ ਨਹੀਂ ਸਕਦਾ ਕਿਉਂਕਿ ਜਿਹੜੀ ਚੀਜ਼ ਅੱਜ ਮੇਰੇ ਕੋਲ ਪਤਾ ਹੀ ਨਹੀਂ ਮੈਨੂੰ ਉਹਦਾ ਕੀ। ਸਰ ਇੱਕ ਜਿੱਦਾਂ ਰਾਜਨੀਤਿਕ ਪਾਰਟੀਆਂ ਚੁਣਾਵੀ ਸੀਜ਼ਨ ਸ਼ੁਰੂ ਹੋ ਗਿਆ ਵਾ, ਹਰ ਪਾਰਟੀ ਕਹਿ ਰਹੀ ਅਸੀਂ ਇਹ ਸਹੂਲਤ ਦੇ ਦਾਂਗੇ, ਇਹ ਸਹੂਲਤ ਦੇ ਦਾਂਗੇ, ਤੇ ਕਰਜ਼ਾ ਵੱਧ ਰਿਹਾ ਵਾ। ਤੁਹਾਨੂੰ ਲੱਗਦਾ ਕਿ ਅਸੀਂ ਇਸ ਪੋਜੀਸ਼ਨ 'ਚ ਕਿ ਅਸੀਂ ਇੰਨੀ ਫੈਸਿਲਿਟੀਆਂ ਫ੍ਰੀ ਦੇ ਦਾਂਗੇ?
ਸਰ ਮੈਂ ਦੂਜੀ ਆਵਾਜਾਈ ਦੇ ਸਰ ਨਾਲ ਸਰ ਇਸ ਤਰ੍ਹਾਂ ਹੈ ਸਾਰੀ ਕਿ ਪਾਰਟੀਆਂ। ਮੈਂ ਦੂਜੀਆਂ ਪਾਰਟੀਆਂ ਕਿੱਦਾਂ ਕੀਤਾ ਜਾਊਗਾ ਸਰ ਮੈਂ ਦੂਜੀਆਂ ਪਾਰਟੀਆਂ ਦਾ ਕੋਈ ਸਪੋਕਸ ਪਰਸਨ ਤਾਂ ਹੈ ਨਹੀਂ, ਇਹ ਤਾਂ ਉਹੀ ਜਵਾਬ ਦੇਣਗੇ। ਮੇਰੀ ਯਾਰ ਆਪ ਸਰ ਤੁਸੀਂ ਵੀ ਉਸੇ ਰਾਤ ਇਹ ਫ੍ਰੀ ਤੁਸੀਂ ਵੀ ਮੇਰੀ ਉੱਦਾਂ ਹੀ ਮੇਰੀ ਕਰ ਰਹੇ ਬੇਨਤੀ ਤਾਂ ਸੁਣ ਲਓ ਨਾ, ਮੈਂ ਦੂਜੀਆਂ ਪਾਰਟੀਆਂ ਦਾ ਨੁਮਾਇੰਦਾ ਤਾਂ ਹੈ ਨਹੀਂ, ਉਹ ਤਾਂ ਉਹੀ ਜਵਾਬ ਦੇਣਗੀਆਂ। ਪਰ ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ, ਔਰ ਮੈਂ ਫੇਰ ਤੁਹਾਨੂੰ ਕਹਿ ਰਿਹਾ ਕਿ ਪਿਛਲੇ 5 ਸਾਲ ਜਿਸ ਜ਼ਿੰਮੇਵਾਰੀ ਨਾਲ ਕਾਂਗਰਸ ਪਾਰਟੀ ਨੇ ਆਪਣੇ ਫਾਈਨੈਂਸਿਸ ਚਲਾਏ ਹੈ, ਔਰ ਇਹ ਜਿਹੜੀਆਂ ਮੈਂ ਤੁਹਾਨੂੰ ਕੰਸੈਸ਼ਨਸ ਕਹਿ ਰਿਹਾ ਇਹ ਅੱਜ ਨਹੀਂ ਮਿਲੀਆਂ, ਇਹ ਬਹੁਤ ਪਹਿਲਾਂ ਦੀਆਂ ਮਿਲੀਆਂ ਹੋਈਆਂ, ਐਂਡ ਵੀ ਆਰ ਸਸਟੇਨਿੰਗ them। ਐਂਡ ਪੰਜਾਬ ਔਰ ਆ ਸਾਰੀ ਪ੍ਰੈਸ ਬੈਠੀ ਹੈ, ਅੱਜ 22 ਸਾਲ ਬਾਅਦ 22 ਸਾਲ ਗੁਜ਼ਰ ਗਏ ਹੈ, ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦਾ ਜਿਹੜਾ ਬਜਟ ਸੀਗਾ ਉਹਦਾ ਓਵਰਆਲ ਸਾਈਜ਼ ਹਰਿਆਣੇ ਨਾਲੋਂ ਵੱਡਾ ਸੀ। ਪਹਿਲੀ ਵਾਰ ਹੋਇਆ ਕਿ ਪੰਜਾਬ ਦਾ ਕੈਪੀਟਲ ਐਕਸਪੈਂਡੀਚਰ, ਹਰਿਆਣੇ ਦਾ ਕੈਪੀਟਲ ਐਕਸਪੈਂਡੀਚਰ ਇਸ ਸਾਲ 8000 ਕਰੋੜ ਸੀ, ਪੰਜਾਬ ਦਾ 14000 ਕਰੋੜ। ਪੰਜਾਬ ਦਾ ਰੈਵਨਿਊ ਡੈਫਿਸਿਟ ਤੇ ਫਿਸਕਲ ਡੈਫਿਸਿਟ ਇਹ ਹਰਿਆਣੇ ਨਾਲੋਂ ਘੱਟ ਹੈ। ਇਸ ਤੋਂ ਵੱਡੀ ਮੈਂ ਤੁਹਾਨੂੰ ਕੀ ਸਰਟੀਫਿਕੇਟ ਦੇ ਸਕਦਾ ਕਿ ਅਸੀਂ ਜ਼ਿੰਮੇਵਾਰੀ ਨਾਲ ਇਹ ਸਰਕਾਰ ਚਲਾਈ ਹੈ, ਔਰ ਜੇ ਕੋਈ ਅੱਗੇ ਤੋਂ ਵੀ ਕੰਸੈਸ਼ਨਸ ਦੇਵਾਂਗੇ ਉਨੇ ਹੀ ਪੈਰ ਅਸੀਂ ਆਪਣੇ ਫੈਲਾਵਾਂਗੇ ਜਿੰਨੀ ਸਾਡੇ ਕੋਲੇ ਚਾਦਰ ਹੈ, ਚਾਦਰ ਤੋਂ ਬਾਹਰ ਪੈਰ ਨਹੀਂ ਨਿਕਲ ਸਕਦਾ। ਬੋਲੋ ਬੋਲੋ। ਜਿਹੜੀ ਅਗਲੀ ਟਰਮ ਸ਼ੁਰੂ ਹੋਣੀ ਹੈ ਉਸ ਤੋਂ ਪਹਿਲਾਂ ਕੀ ਅਸੀਂ 2,70,000 ਕਰੋੜ ਦਾ ਜਿਹੜਾ ਕਰਜ਼ਾ ਹੈ ਉਸ ਤੋਂ ਅਸੀਂ ਮੁਕਤ ਹੋ ਜਾਾਂਗੇ ਜਾਂ ਅਗਲੇ ਟਰਮ 'ਚ ਇਹੀ ਕਰਜ਼ਾ ਆਪਾਂ ਅੱਗੇ ਲੈ ਕੇ ਜਾ ਰਹੇ ਹਾਂ? ਸਭ ਦੇਖੋ ਇਹ ਤਾਂ ਕਿਉਂਕਿ ਹੋ ਸਕਦਾ ਤੁਹਾਨੂੰ ਫਾਈਨੈਂਸ ਦੇ ਵਿੱਚ ਦਿਲਚਸਪੀ ਨਾ ਹੋਵੇ, 2,70,000 ਕਰੋੜ ਦਾ ਕਰਜ਼ਾ ਯਕਮੁਸ਼ਤ ਨਹੀਂ ਖਤਮ ਹੁੰਦਾ, ਔਰ ਕਰਜ਼ਾ ਅਸੀਂ ਕਿੰਨਾ ਲੈ ਸਕਦੇ ਹਾਂ ਇਹ ਵੀ ਸਾਡੇ ਤੇ ਨਹੀਂ ਕਿ ਅਸੀਂ ਕਰਜ਼ਾ ਕਿੰਨਾ ਲੈਣਾ ਹੈ, ਇਹ ਗਵਰਨਮੈਂਟ ਆਫ ਇੰਡੀਆ ਜਾਂ ਰਿਜ਼ਰਵ ਬੈਂਕ ਆਫ ਇੰਡੀਆ ਜਾਂ ਫਾਈਨੈਂਸ ਕਮਿਸ਼ਨ ਉਹ ਮੁਕਰਰ ਕਰਦੀ ਹੈ ਕਿ ਪੰਜਾਬ ਉਨਾ ਹੀ ਕਰਜ਼ਾ ਲੈ ਸਕਦਾ ਜਿੰਨਾ ਉਹ ਸਰਵਿਸ ਕਰ ਸਕਦਾ, ਇਸ ਤੋਂ ਜ਼ਿਆਦਾ ਨਹੀਂ ਲੈ ਸਕਦੇ। ਹਾਲਾਂਕਿ ਇਸ ਸਾਲ ਕਿਉਂਕਿ ਕੋਵਿਡ ਦੀ ਵਜ੍ਹਾ ਨਾਲ ਗਵਰਨਮੈਂਟ ਆਫ ਇੰਡੀਆ ਨੇ ਕਰਜ਼ਾ ਲੈਣ ਤੇ ਕੁਝ 1.5-2% GDP ਦਾ ਰਿਲੈਕਸੇਸ਼ਨ ਦਿੱਤੀ ਸੀ, ਅਸੀਂ ਕਰਜ਼ਾ ਹੋਰ ਪਰ ਮੈਂ ਉਹ ਰਿਲੈਕਸੇਸ਼ਨ ਅਵੇਲ ਨਹੀਂ ਕਰ ਰਿਹਾ, ਸਾਡਾ ਕੰਮ ਚੱਲ ਰਿਹਾ। ਸਰ ਇੰਡਸਟਰੀਅਲ ਮਹਿਕਮੇ ਨਾਲ ਇੰਡਸਟਰੀਅਲ ਮਹਿਕਮੇ ਨਾਲ ਸਰ ਅੱਜ ਕੋਈ ਵੀ ਚੇਅਰਮੈਨ ਨਹੀਂ ਆਇਆ ਜੀ ਆਪਣਾ, ਅੱਜ ਇੰਡਸਟਰੀਅਲ ਮਹਿਕਮੇ ਨਾਲ ਰਿਲੇਟਡ ਕੋਈ ਵੀ ਚੇਅਰਮੈਨ ਨਹੀਂ ਆਇਆ, ਨਾ PSIC ਨਾ ਸਮਾਲ ਇੰਡਸਟਰੀਅਲ ਡਿਵੈਲਪਮੈਂਟ। ਯਾਰ ਜਦੋਂ ਇਹ ਹਾਥੀ ਦੇ ਪੈਰ ਸਾਰਾ ਕੁਝ ਗਵਰਨਮੈਂਟ ਹੀ ਆਈ ਹੋਈ ਹੈ, ਗਵਰਨਮੈਂਟ ਆ ਗਈ ਜੀ, ਬਸ ਗਵਰਨਮੈਂਟ ਆ ਗਈ, ਗਵਰਨਮੈਂਟ ਹੀ ਆ ਗਈ, ਗਵਰਨਮੈਂਟ ਹੀ ਆ ਗਈ ਸਰ। ਸਰ ਇੱਕ ਜਿਹੜੀ